ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਕਈ ਸਮੱਸਿਆਵਾਂ ਰੱਖੀਆਂ, ਜਿਸ ਨੂੰ ਉਹਨਾਂ ਨੇ ਸੁਣਿਆ ਅਤੇ ਆਪਣੇ ਮੰਗ ਪੱਤਰ ਸੌਂਪਣ ਲਈ ਕਿਹਾ। ਜਦਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਆਰਥਿਕ ਹਾਲਾਤਾਂ ਵਿੱਚ ਕਾਫੀ ਸੁਧਾਰ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ CCL ਲਿਮਿਟ ਅਤੇ ਹੋਰਨਾਂ ਤਰੀਕਿਆਂ ਰਾਹੀਂ ਜਾਂਦੇ ਵੇਲੇ ਉਹਨਾਂ ਉੱਪਰ ਕਰੀਬ 40,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਛੱਡ ਕੇ ਗਈ ਸੀ, ਜਿਸ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਹੈ। ਹਾਲਾਂਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਨੇ ਮੰਨਿਆ ਕਿ ਇਸ ਵਾਰ ਸੂਬੇ ਦੇ ਉੱਪਰ 2,75,000 ਕਰੋੜ ਰੁਪਏ ਦਾ ਕਰਜ਼ਾ ਹੈ, ਲੇਕਿਨ ਸੂਬੇ ਉੱਪਰ ਕਰਜ਼ੇ ਦੀ ਰਫ਼ਤਾਰ ਘਟੀ ਹੈ ਤੇ ਉਹਨਾਂ ਵੱਲੋਂ ਬੀਤੇ ਸਾਲਾਂ ਦੌਰਾਨ ਕੋਈ ਓਵਰਡਰਾਫਟ ਨਹੀਂ ਲਿਆ ਗਿਆ। ਅਕਾਲੀ ਦਲ ਦੀ ਸਰਕਾਰ ਦੇ ਅੰਤ ਵਿੱਚ ਸੂਬੇ ਉੱਪਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਹਨਾਂ ਨੇ ਕਿਹਾ ਕਿ ਉਦਯੋਗਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ਵਿੱਚ ਵੈਟ ਰਿਫੰਡ ਅਤੇ ਹੋਰ ਮੁੱਦੇ ਸ਼ਾਮਿਲ ਨੇ, ਨੂੰ ਜਲਦ ਹੀ ਵਿਚਾਰਿਆ ਜਾਵੇਗਾ ਤੇ ਹੱਲ ਕੱਢੇ ਜਾਣਗੇ। ਅੱਜ ਤੋਂ ਕੋਈ ਤਕਰੀਬਨ 10 ਦਿਨ ਕਬਲ ਮੈਂ ਟੈਕਸ ਡਿਪਾਰਟਮੈਂਟ ਦਾ ਕਲਮਦਾਨ ਸੰਭਾਲਿਆ ਸੀ ਔਰ ਟੈਕਸ ਡਿਪਾਰਟਮੈਂਟ ਔਰ ਜਿਹੜੇ ਟੈਕਸ ਪੇਅਰਸ ਹੈ ਪੰਜਾਬ ਦੇ, ਮੈਂ ਅਗਲੇ 10 ਦਿਨਾਂ ਦੇ ਵਿੱਚ ਜਿੱਥੇ ਚਾਹੇ ਉਹ ਅੰਮ੍ਰਿਤਸਰ ਹੈ, ਲੁਧਿਆਣਾ, ਜਲੰਧਰ, ਮੋਹਾਲੀ, ਬਠਿੰਡਾ, ਮੈਂ ਤਕਰੀਬਨ ਸਾਰੇ ਸੈਂਟਰਸ ਦੇ ਵਿੱਚ ਜਾ ਕੇ ਜੋ ਟੈਕਸ ਪੇਅਰਸ ਦੇ ਮਸਲੇ ਮਸਾਇਲ ਹੈ, ਜੋ ਉਹਨਾਂ ਦੀਆਂ ਮੁਸ਼ਕਿਲਾਂ ਹੈ, ਕੋਈ ਉਹਨਾਂ ਦੇ ਖਦਸ਼ੇ ਹੈ, ਉਹ 3-4 ਕਿਸਮ ਦੇ ਹੈ। ਇੱਕ ਤਾਂ ਖਦਸ਼ੇ ਹੈ ਜਿਹੜਾ ਕਿ ਅੱਜ ਤੋਂ 4-4.5 ਸਾਲ ਪਹਿਲਾਂ ਜਿਹੜਾ ਵੈਟ ਦਾ ਨਿਜ਼ਾਮ ਸੀ, ਵੈਟ ਦਾ ਨਿਜ਼ਾਮ ਖਤਮ ਹੋ ਗਿਆ, ਫਿਰ GST ਦਾ ਨਿਜ਼ਾਮ ਸ਼ੁਰੂ ਹੋ ਗਿਆ, ਪਰ ਤਕਰੀਬਨ 50,000 ਬੰਦੇ ਦੀ ਵੈਟ ਅਸੈਸਮੈਂਟ ਜਿਹੜੀਆਂ ਉਹ ਅਜੇ ਵੀ ਪੰਜਾਬ ਸਰਕਾਰ ਦੀ ਟੈਕਸ ਪ੍ਰਣਾਲੀ ਦੇ ਵਿੱਚ ਫਸੀਆਂ ਹੋਈਆਂ। ਤਾਂ ਇੱਕ ਤਾਂ ਉਹ ਮਸਲਾ ਜਿਹੜਾ ਬੜਾ ਵੱਡਾ ਉੱਭਰ ਕੇ ਆ ਰਿਹਾ ਕਿ ਟੈਕਸ ਪੇਅਰ ਨੂੰ ਅਜੇ ਵੀ ਟੈਕਸ ਮਹਿਕਮੇ ਦੇ ਦਫ਼ਤਰਾਂ 'ਚ ਪੇਸ਼ ਹੋਣਾ ਪੈਂਦਾ ਹੈ ਔਰ ਮੈਨੂੰ ਇਹ ਵੀ ਖਬਰ ਮਿਲੀ ਹੈ ਕਿ ਉੱਥੇ ਉਹਨਾਂ ਦੀ ਹਰੈਸਮੈਂਟ ਹੁੰਦੀ ਹੈ। ਦੂਸਰਾ ਹੈ ਕਿ GST ਦੇ ਜਿਹੜੇ ਮਸਲੇ ਮਸਾਇਲ ਹੈ ਔਰ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ, ਉਹਦੇ 'ਚ ਜਿਹਨੂੰ ਇਨਵਰਟਡ ਟੈਕਸ ਸਟਰਕਚਰ ਕਹਿੰਦੇ ਆ, ਕੁਛ ਟੈਕਸ ਦੇ ਰੇਟ ਜਿਹੜੇ ਹੈ ਉਹਨਾਂ 'ਚ ਅਨੋਮਲੀਜ਼ ਆ ਗਈਆਂ, ਜਿਹਦੇ ਨਾਲ ਜਿਹੜਾ ਉਹਨਾਂ ਦਾ ਕੰਪੀਟੀਸ਼ਨ ਹੈ ਉਹਨੂੰ ਅਨਫੇਅਰ ਐਡਵਾਂਟੇਜ ਮਿਲ ਜਾਂਦੀ ਹੈ। ਟੈਕਸ ਦੀ ਇੰਟਰਪ੍ਰੀਟੇਸ਼ਨ ਕੀ ਹੈ, ਕੋਈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਟੈਕਸ ਕੀ ਕਹਿ ਰਿਹਾ ਹੈ, ਉਹ ਟੈਕਸ ਦੀ ਇੰਟਰਪ੍ਰੀਟੇਸ਼ਨ ਕਿਵੇਂ ਹੋਵੇ। GST ਦਾ ਜਿਹੜਾ ਨਿਜ਼ਾਮ ਹੈ ਟੈਕਸ ਰੇਟ ਦੇ ਵਿੱਚ ਰੈਸ਼ਨਲਾਈਜੇਸ਼ਨ ਲੈ ਕੇ ਆਈਏ। ਔਰ ਤੀਸਰਾ ਹੈ ਕਿ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਵੀ ਟੈਕਸ ਪੇਅਰ ਹੈ ਉਹਨੂੰ ਕਿਸੇ ETO ਦੇ ਸਾਹਮਣੇ, ਕਿਸੇ ਇੰਸਪੈਕਟਰ ਦੇ ਸਾਹਮਣੇ ਪੇਸ਼ ਨਾ ਹੋਣਾ ਪਵੇ, ਫੇਸਲੈਸ ਹੋ ਜਾਏ। ਜਿੰਨੀ ਟੈਕਸੇਸ਼ਨ ਦੇ ਵਿੱਚ ਟੈਕਸ ਡਿਪਾਰਟਮੈਂਟ ਦਾ ਬਿਲਕੁਲ ਰੋਲ ਜਿਹੜਾ ਹੈ ਉਹ ਫੇਸਲੈਸ ਹੋ ਜਾਏ। ਮਤਲਬ ਕਿ ਜਿਹੜਾ ਲੁਧਿਆਣੇ ਦਾ ਵਾਰਡ ਹੈ, ਲੁਧਿਆਣੇ ਦਾ ਵਾਰਡ ਜਿਹੜਾ ਅਸੈਸੀ ਹੈ ਉਹਨੂੰ ਇਹ ਨਹੀਂ ਪਤਾ ਮੇਰਾ ਟੈਕਸ ਕੌਣ ਅਸੈਸ ਕਰ ਰਿਹਾ, ਉਹ ਮਲੋਟ ਜਾ ਕੇ ਹੋ ਰਿਹਾ, ਅਬੋਹਰ ਜਾ ਕੇ ਜਾ ਰਿਹਾ, ਅਬੋਹਰ ਵਾਲੇ ਦਾ ਸੰਗਰੂਰ ਹੋ ਰਿਹਾ, ਤਾਂ ਕਿ ਕਿਸੇ ਬੰਦੇ ਨੂੰ ਟੈਕਸ ਦਫ਼ਤਰ ਨਾ ਜਾਣਾ ਪਵੇ। ਮੋਬਾਈਲ ਵਿੰਗ ਜਿਹੜੇ ਹੈ ਸਟੇਟ ਦੇ, ਉਹਨਾਂ ਦੀ ਜਿਹੜੀ ਹਰੈਸਮੈਂਟ ਹੈ ਉਹ ਖਤਮ ਹੋਵੇ ਔਰ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਡੇਟਾ ਐਨਾਲਿਟਿਕਸ ਨਾਲ, ਉਹ ਡੇਟਾ ਇੰਟੈਲੀਜੈਂਸ ਦੇ ਨਾਲ ਇਕੱਠਾ ਹੋਵੇ। ਸੋ ਇਹ ਸਾਰੀਆਂ ਮੁਸ਼ਕਿਲਾਂ, ਇਸ ਤੋਂ ਇਲਾਵਾ ਟੈਕਸ ਤੋਂ ਇਲਾਵਾ ਜਿਹੜੀ ਇੰਡਸਟਰੀ ਦੀ ਹੋਰ ਮੁਸ਼ਕਿਲ ਹੈ, ਚਾਹੇ ਉਹ ਬਿਜਲੀ ਬੋਰਡ ਦੇ ਇਤਬਾਰ ਨਾਲ ਹੈ, ਉਹ ਕੋਈ ਇਨਹਾਂਸਮੈਂਟ ਦੇ ਇਹਨਾਂ ਦੇ ਕੇਸ ਹੈ ਉਹਨਾਂ ਦੇ ਇਤਬਾਰ ਨਾਲ ਹੈ, ਜਾਂ ਕੋਈ ਇੱਥੋਂ ਦਾ ਲੁਧਿਆਣੇ ਦੇ ਫੋਕਲ ਪੁਆਇੰਟ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਦੀ ਗੱਲ ਹੈ, ਕੁਛ ਲੋਕਲ ਗਵਰਨਮੈਂਟ ਦੇ ਤੇ ਜਿਹੜੇ ਸਾਡਾ ਅਰਬਨ ਅਫੇਅਰ ਉਹਨਾਂ ਦੇ ਬਾਈਲਾਜ਼ ਦੀ ਗੱਲ ਹੈ। ਉਹ ਸਾਰੀਆਂ ਮੈਂ ਪਿਛਲੇ 2-2.5 ਘੰਟਿਆਂ 'ਚ, ਔਰ ਮੇਰੇ ਨਾਲ ਇੰਡਸਟਰੀਜ਼ ਮਿਨਿਸਟਰ ਗੁਰਕੀਰਤ ਸਿੰਘ ਕੋਟਲੀ ਸਾਹਿਬ, ਉਹ ਵੀ ਅਸੀਂ ਇਕੱਠੇ ਸੀ, ਸਾਰੇ MLA ਵਗੈਰਾ ਸੀ, ਆਸ਼ੂ ਜੀ, ਇਹ ਸਾਰੀਆਂ ਮੈਂ ਚੀਜ਼ਾਂ ਸਮਝ ਲਈਆਂ ਔਰ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਸਾਰੇ ਮਸਲੇ ਜਿਹੜੇ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਹੈ ਕੱਪੜ ਛਾਨ, ਥ੍ਰੈਡਬੇਅਰ, ਦਿਸ ਵਿਲ ਬੀ ਡਿਸਕਸ ਥ੍ਰੈਡਬੇਅਰ। ਔਰ ਦੀਵਾਲੀ ਤੋਂ ਪਹਿਲਾਂ ਇਹ ਸਾਰੇ ਮਸਲਿਆਂ ਦਾ ਕੋਈ ਨਾ ਕੋਈ ਮੁਸਤਕਿਲ ਹੱਲ, ਪਰਮਾਨੈਂਟ ਹੱਲ ਜਿਹੜਾ ਹੈ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਰਕਾਰ 'ਚ ਅਸੀਂ ਕਰਨ ਜਾ ਰਹੇ ਹਾਂ। ਮੇਰਾ ਅੱਜ ਲੁਧਿਆਣੇ ਆਉਣ ਦਾ ਇਹੀ ਮਕਸਦ ਸੀ ਕਿ ਇਹ ਸਾਰੇ ਜਿਹੜੇ ਮਾਮਲਾਤ ਹੈ
ਜਿਹੜੇ ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੀ ਇੰਡਸਟਰੀ ਤੇਜ਼ੀ ਨਾਲ ਵੱਧ ਸਕੇ, ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਕਾਰਖਾਨੇ ਦੀਆਂ ਉਦਾਸ ਚਿਮਨੀਆਂ 'ਚ ਇੱਕ ਵਾਰੀ ਧੂੰਆਂ ਫੇਰ ਨਿਕਲ ਸਕੇ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਲੌਟ ਕੇ ਆਉਣ। ਅੱਜ ਮੈਂ ਉਸ ਮਕਸਦ ਨਾਲ ਅੱਜ ਮੈਂ ਲੁਧਿਆਣਾ ਸ਼ਹਿਰ ਆਇਆ ਸੀ। ਸ਼ੁਰੂਆਤ ਲੁਧਿਆਣੇ ਤੋਂ ਹੈ ਔਰ ਅਗਲੇ ਹਫਤੇ ਦੇ ਵਿੱਚ ਸਾਰੇ ਪੰਜਾਬ ਦੇ ਮੇਜਰ ਇੰਡਸਟਰੀਅਲ ਤੇ ਟ੍ਰੇਡਿੰਗ ਸੈਂਟਰਸ ਦੇ ਵਿੱਚ ਜਾ ਕੇ ਔਰ ਦੀਵਾਲੀ ਤੋਂ ਪਹਿਲਾਂ ਚਾਹੇ ਉਹ OTS ਦੀ ਸ਼ਕਲ ਦੇ ਵਿੱਚ ਜਾਂ ਕਿਸੇ ਕੰਸੈਸ਼ਨ ਦੀ ਸ਼ਕਲ ਦੇ ਵਿੱਚ ਜਾਂ ਇੰਟਰਪ੍ਰੀਟੇਸ਼ਨ ਦੀ ਸ਼ਕਲ ਦੇ ਵਿੱਚ, ਤਾਂ ਕਿ ਇੰਡਸਟਰੀਜ਼ ਜਿਹੜਾ ਪੰਜਾਬ ਦੀ ਇੰਡਸਟਰੀ ਹੈ, ਸਨਅਤਕਾਰ ਹੈ, ਕਾਰੋਬਾਰੀ ਵਪਾਰੀ ਹੈ, ਔਰ ਮੈਂ ਸਮਝਦਾ ਕਿ ਜੇ ਵਪਾਰ ਹੈ ਤਾਂ ਸਰਕਾਰ ਹੈ। ਜੇ ਪੰਜਾਬ ਦਾ ਦਿਲ ਧੜਕਦਾ ਹੈ, ਚਾਹੇ ਉਹ ਇੰਪਲੋਇਮੈਂਟ ਦੇ ਇਤਬਾਰ ਨਾਲ ਕਹਿ ਦਈਏ ਜਾਂ ਉਹ ਟੈਕਸ ਰੈਵਨਿਊਜ਼, ਤਾਂ ਉਹਦੀ ਮੇਜਰ ਕੰਟਰੀਬਿਊਸ਼ਨ ਜਿਹੜੀ ਇੰਡਸਟਰੀ ਦੀ ਹੈ, ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਜ਼ ਆਫ ਡੂਇੰਗ ਬਿਜ਼ਨਸ, ਇਹ ਜਿੰਨੀ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਬਿਹਤਰ ਤੋਂ ਬਿਹਤਰ ਬਣਾ ਸਕਾਂਗੇ, ਇਸ ਮਕਸਦ ਨਾਲ ਤੇ ਇਸ ਉਦੇਸ਼ ਨਾਲ ਅੱਜ ਤੁਹਾਡੇ ਸ਼ਹਿਰ ਆਏ ਸੀ। ਲੁਧਿਆਣੇ ਦੀ ਜਿੰਨੀ ਵੀ ਪ੍ਰੈਸ ਕੋਰ ਤੁਸੀਂ ਹਾਜ਼ਰ ਹੋ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਜ਼ਹਿਮਤ ਕੀਤੀ, ਤੁਸੀਂ ਖੇਚਲ ਕੀਤੀ ਅੱਜ ਇਸ ਪ੍ਰੈਸ ਬਰੀਫਿੰਗ 'ਚ ਆਉਣ ਦੀ। ਜੇ ਕੋਈ ਟੈਕਸ ਡਿਪਾਰਟਮੈਂਟ ਜਾਂ ਇੰਡਸਟਰੀਜ਼ ਡਿਪਾਰਟਮੈਂਟ ਦੇ ਇਤਬਾਰ ਨਾਲ ਕੋਈ ਤੁਹਾਡਾ ਸਵਾਲ ਹੈ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ। ਸਭ ਇਹ ਕਰਜ਼ਾ ਜਿਹੜਾ ਹੈ ਓਵਰਆਲ ਤਾਂ ਵਧਿਆ ਹੈ, ਬਟ ਪਰਸੈਂਟੇਜ ਦੇ ਹਿਸਾਬ ਨਾਲ, ਸਾਡੀ ਆਮਦਨ ਦੇ ਹਿਸਾਬ ਨਾਲ ਘਟਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਮੇਰੇ ਘਰੇ ਜਿਹੜਾ ਆਦਮੀ ਮੇਰਾ ਰੋਟੀ ਪਕਾਉਂਦਾ ਹੈ ਜਾਂ ਮੇਰੀ ਸੇਵਾ ਕਰਦਾ ਹੈ, ਉਸ ਬੰਦੇ ਨੂੰ ਤਾਂ ਜੇ 50,000 ਰੁਪਏ ਦਾ ਉਹਦੇ ਤੇ ਕਰਜ਼ਾ ਹੋਵੇ ਤਾਂ ਉਹਨੂੰ ਬਹੁਤ ਵੱਡੀ ਰਕਮ ਲੱਗੇਗੀ। ਪਰ ਜੇ ਮਨਪ੍ਰੀਤ ਦੇ ਉੱਤੇ ਲੱਖ ਰੁਪਇਆ ਵੀ ਕਰਜ਼ਾ ਹੈ ਮੇਰੇ ਆਪ ਦੇ ਉੱਤੇ, ਕਿਉਂਕਿ ਮੈਂ ਜ਼ਮੀਨਾਂ ਵਾਲਾ ਆਦਮੀ ਹੈ, ਤਾਂ ਮੈਨੂੰ ਉਹ ਘੱਟ ਲੱਗੇਗਾ। ਸੋ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ ਹੈ ਓਵਰਆਲ ਪੰਜਾਬ ਦੀ ਆਮਦਨ ਨਾਲ ਤਾਂ ਉਹਦੀ ਪਰਸੈਂਟੇਜ ਥੱਲੇ ਗਈ ਹੈ, ਬਟ ਰਕਮ ਜਿਹੜੀ ਹੈ ਉਹ ਤਾਂ ਵਧੀ ਹੈ। 2,75,000 ਕਰੋੜ ਕਰਜ਼ਾ ਹੈ ਪੰਜਾਬ ਦਾ, ਜਿਹਦੇ ਵਿੱਚੋਂ 40,000 ਤਾਂ ਸਾਨੂੰ ਯਕਮੁਸ਼ਤ ਪਹਿਲੇ ਦਿਨ ਹੀ ਟੱਕਰ ਗਿਆ ਸੀ। 2 ਲੱਖ ਦੇ ਤਕਰੀਬਨ ਕਰੋੜ ਛੱਡ ਕੇ ਗਏ ਸੀ, ਔਰ 40,000 ਇਹ ਜਿਹੜਾ ਸਾਨੂੰ ਐਡੀਸ਼ਨਲ ਸਾਨੂੰ ਮਿਲ ਗਿਆ। ਸਭ ਇਹ ਆਡਿਟਡ ਰਿਜ਼ਲਟਸ ਹੈ, ਤੁਹਾਨੂੰ ਕਿਸੇ ਵੀ ਪਬਲਿਕ ਡਾਕੂਮੈਂਟ 'ਚੋਂ ਮਿਲ ਜਾਣ। ਸਰ ਆਮਦਨ ਦੁੱਗਣੀ ਕਰ ਲਈ ਹੈ। ਆਮਦਨ ਦੇਖੋ, ਖਰਚੇ ਵੀ ਤਾਂ ਵਧੇ ਪਰ ਖਰਚੇ ਦੁੱਗਣੇ ਨਹੀਂ ਵਧੇ। ਤੇ ਖਰਚੇ ਤਾਂ ਵਧਣਗੇ ਕਿਉਂਕਿ ਹਰ ਸਾਲ ਸੈਲਰੀਜ਼ ਵੱਧਦੀਆਂ ਹੈ, ਇਨਕਰੀਮੈਂਟ ਲੱਗਦੇ ਹੈ, DA ਲੱਗਦਾ ਹੈ, ਹਰ ਚੀਜ਼ ਲੱਗਦੀ ਹੈ, ਬਟ ਅਸੀਂ ਆਪਣੀ ਆਮਦਨ ਦੁੱਗਣੀ ਕਰ ਲਈ ਹੈ, ਖਰਚੇ ਦੁੱਗਣੇ ਨਹੀਂ ਹੋਣ ਦਿੱਤੇ। ਇਸ ਵਜ੍ਹਾ ਨਾਲ ਸਾਨੂੰ ਓਵਰਡਰਾਫਟ 'ਚ ਨਹੀਂ ਜਾਣਾ ਪਿਆ, ਅਸੀਂ ਸਿੰਕਿੰਗ ਫੰਡ ਕ੍ਰੀਏਟ ਕਰ ਲਿਆ। ਔਰ ਪੰਜਾਬ ਦੀ ਜਿਹੜੀ ਜਿਸ ਹਾਲਾਤ ਦੇ ਵਿੱਚ ਅਕਾਲੀ ਦਲ ਵੇਲੇ ਹਰ ਦੂਜੇ ਦਿਨ ਓਵਰਡਰਾਫਟ ਸਟੇਟ ਹੁੰਦਾ ਸੀਗਾ, ਸੈਲਰੀਜ਼ ਲੇਟ ਹੋ ਜਾਂਦੀਆਂ ਸੀ, ਇੱਕ ਦਿਨ ਵੀ ਸੈਲਰੀ ਅਸੀਂ ਰੁਕਣ ਨਹੀਂ ਦਿੱਤੀ। ਬੁਢਾਪਾ ਪੈਨਸ਼ਨ ਜਿਹੜੀ ਉਹਨਾਂ ਵੇਲੇ ਉਹਨਾਂ ਕੋਲੇ 250 ਰੁਪਏ ਹੁੰਦੀ ਸੀ, ਉਹ 1500 ਕਰਤੀ ਹੈ, ਔਰ ਇੱਕ ਵੀ ਮਹੀਨਾ ਨਾਗਾ ਨਹੀਂ ਪੈਣ ਦਿੱਤਾ। ਅਕਾਲੀ ਦਲ ਵੇਲੇ ਤਾਂ 6-6 ਮਹੀਨਿਆਂ ਦੇ ਨਾਗੇ ਵੀ ਪੈ ਜਾਂਦੇ ਸੀ। ਔਰ ਮੈਂ ਫੇਰ ਇਹਨੂੰ ਪਲੀਜ਼ ਇਹਨੂੰ ਮਨਪ੍ਰੀਤ ਦੀ ਵਜ੍ਹਾ ਨਾਲ ਨਹੀਂ ਹੋਇਆ। ਇਹ ਪਰਮਾਤਮਾ ਨੇ ਕੋਈ ਖਾਸ ਪੰਜਾਬ ਦੇ ਸਿਰ ਤੇ ਹੱਥ ਰੱਖਿਆ ਹੋਇਆ, ਇਹ ਪਤਾ ਨਹੀਂ ਅਸੀਂ मैनेज कर लिया। लुधियाना तो प्रदीप भंडारी की रिपोर्ट। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।